ਸਤਿ ਸ਼੍ਰੀ ਅਕਾਲ। ਬੱਚਿਓ ਅਸੀਂ ਪੜ੍ਹ ਰਹੇ ਹਾਂ ਕਥਾ ਕਹਾਣੀ ਕਹਾਣੀ ਸੰਗ੍ਰਹਿ ਤੇ ਅਗਲੀ ਕਹਾਣੀ ਅਸੀਂ ਪੜ੍ਹਨੀ ਹੈ ਜਗਜੀਤ ਬਰਾੜ ਜੀ ਦੁਆਰਾ ਲਿਖੀ ਗਈ ਚਿੱਟੀ ਕਬੂਤਰੀ ਦੀ ਤਸਵੀਰ। ਬੱਚਿਓ ਸਾਡੇ ਪੰਜਾਬੀ ਸਾਹਿਤ ਜਗਤ ਦੇ ਨਾਲ ਸੰਬੰਧਿਤ ਬਹੁਤ ਸਾਰੇ ਲੇਖਕ ਅਜਿਹੇ ਹੋਏ ਆ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦਾ ਵਿਸ਼ਾ ਪ੍ਰਵਾਸ ਕਰ ਚੁੱਕੇ ਪੰਜਾਬੀ ਭਾਈਚਾਰੇ ਦੇ ਜੀਵਨ ਨੂੰ ਬਣਾਇਆ। ਸੋ ਜਗਜੀਤ ਬਰਾੜ ਜੀ ਵੀ ਅਜਿਹੇ ਲੇਖਕਾਂ ਦੇ ਵਿੱਚੋਂ ਇੱਕ ਹੈ। ਜਾਣਦੇ ਹਾਂ ਜਗਜੀਤ ਬਰਾੜ ਜੀ ਬਾਰੇ। ਉਹਨਾਂ ਦਾ ਜਨਮ 10 ਫਰਵਰੀ 1941 ਨੂੰ ਸਰਦਾਰ ਬਚਿੰਤ ਸਿੰਘ ਬਰਾੜ ਦੇ ਘਰ ਮੋਗੇ ਦੇ ਪਿੰਡ ਮਾਲਾ ਖੁਰਦ ਵਿੱਚ ਹੋਇਆ। ਉਹਨਾਂ ਨੇ ਅਰਥ ਸ਼ਾਸਤਰ ਦੇ ਖੇਤਰ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਅਦਾਰਿਆਂ ਵਿੱਚ ਨੌਕਰੀ ਕੀਤੀ ਤੇ ਫਿਰ ਉਹ 1968 ਵਿੱਚ ਅਮਰੀਕਾ ਚਲੇ ਗਏ। ਅਮਰੀਕਾ ਜਾ ਕੇ ਵੀ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੇ ਆ ਤੇ ਅੰਤ ਸੈਂਡੀਆਗੋ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੇ ਪ੍ਰੋਫੈਸਰ ਤੇ ਡੀਨ ਦੇ ਅਹੁਦੇ ਤੋਂ ਉਹ ਸੇਵਾ ਮੁਕਤ ਹੋਏ। ਸੋ ਜਗਜੀਤ ਬਰਾੜ ਜੀ ਦਾ ਅਨੁਭਵ ਕਾਫੀ ਹੈ। ਪੰਜਾਬ ਦੀ ਧਰਤੀ ਤੋਂ ਉੱਠ ਕੇ ਉਹ ਅਮਰੀਕਾ ਪਹੁੰਚਦੇ ਆ ਤੇ ਅਮਰੀਕਾ ਦੀ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ ਉਹ ਡੀਨ ਤੱਕ ਦੇ ਅਹੁਦੇ ਤੇ ਪਹੁੰਚਦੇ ਆ ਤੇ ਉੱਥੋਂ ਉਹ ਸੇਵਾ ਮੁਕਤ ਹੁੰਦੇ। ਬੱਚਿਓ ਜਦੋਂ ਉਹ ਹਲੇ ਪੰਜਾਬ ਵਿੱਚ ਹੀ ਸੀ ਤਾਂ ਉਹਨਾਂ ਨੇ ਨਾਵਲ ਲਿਖਿਆ ਧੁੱਪ ਦਰਿਆ ਦੀ ਦੋਸਤੀ ਤੇ ਉਸ ਤੋਂ ਬਾਅਦ ਉਹਨਾਂ ਦਾ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਡੁੱਬਦੇ ਚੜ੍ਹਦੇ ਸੂਰਜ ਤੇ ਉਹਨਾਂ ਦੇ ਦੋ ਕਹਾਣੀ ਸੰਗ੍ਰਹਿ ਵੀ ਮਿਲਦੇ ਆ ਵਤਨ ਵਾਪਸੀ ਤੇ ਮਾਧਿਅਮ। ਹੱਥਲੀ ਕਹਾਣੀ ਚਿੱਟੀ ਕਬੂਤਰੀ ਦੀ ਤਸਵੀਰ ਦੇ ਵਿੱਚ ਉਹਨਾਂ ਨੇ ਸਾਡੇ ਪੰਜਾਬੀਆਂ ਦੇ ਗੋਰੀ ਨਸਲ ਪ੍ਰਤੀ ਆਕਰਸ਼ਣ ਤੇ ਰਵੱਈਏ ਦੀ ਇੱਕ ਖੂਬਸੂਰਤ ਮਿਸਾਲ ਪੇਸ਼ ਕੀਤੀ ਹੈ ਤੇ ਇਸ ਕਹਾਣੀ ਰਾਹੀਂ ਉਹ ਸਾਡੇ ਪੰਜਾਬੀਆਂ ਦੀ ਖਾਸ ਕਰਕੇ ਗੋਰੀ ਜਾਤੀ ਦੀਆਂ ਕੁੜੀਆਂ ਦੇ ਪ੍ਰਤੀ ਉਹਨਾਂ ਦੀ ਕੀ ਸੋਚ ਹੈ ਕੀ ਮਾਨਸਿਕਤਾ ਹੈ ਉਸ ਗੱਲ ਨੂੰ ਵੀ ਉਘਾੜਦੀ ਹੈ ਕਿਉਂਕਿ ਸਾਡੇ ਪੰਜਾਬੀਆਂ ਦੀ ਇਹ ਸੋਚ ਹੈ ਕਿ ਜੋ ਗੋਰੀਆਂ ਲੜਕੀਆਂ ਹੈ ਉਹ ਚਰਿੱਤਰਹੀਣ ਹੁੰਦੀਆਂ। ਸੋ ਪੜ੍ਹਦੇ ਹਾਂ ਇਸ ਕਹਾਣੀ ਦੇ ਵਿੱਚ ਮੈਂ ਪਾਤਰ ਹੈ ਜਿਹਦੇ ਦੁਆਰਾ ਇਹ ਸਾਰੀ ਕਹਾਣੀ ਦੱਸੀ ਗਈ ਹੈ। ਮੈਂ ਪਾਤਰ ਦਾ ਨਾਮ ਹੈ ਭਾਗ ਸਿੰਘ ਤੇ ਉਹਦਾ ਪੁੱਤਰ ਜਿਹਦਾ ਨਾਮ ਹੈ ਜੱਸੀ ਅਮਰੀਕਾ ਦੇ ਵਿੱਚ ਸਾਫਟਵੇਅਰ ਇੰਜੀਨੀਅਰ ਹੈ ਤੇ ਉੱਥੇ ਉਹ ਇੱਕ ਗੋਰੀ ਲੜਕੀ ਲੀਸਾ ਨੂੰ ਪਸੰਦ ਕਰਦਾ ਤੇ ਇੱਕ ਪਾਤਰ ਹੈ ਕਰਮ ਸਿੰਘ ਧਰਮਕੋਟੀਆ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਮੈਂ ਪਾਤਰ ਦਾ ਦੋਸਤ ਹੈ ਤੇ ਮੈਂ ਪਾਤਰ ਨੂੰ ਉਹ ਚਿੱਠੀਆਂ ਲਿਖ ਲਿਖ ਕੇ ਉਹਨੂੰ ਸੁਚੇਤ ਰਹਿਣ ਦੇ ਲਈ ਕਹਿੰਦਾ ਹੈ ਤੇ ਆਪਣੇ ਪੁੱਤ ਜੱਸੀ ਨੂੰ ਇਹਨਾਂ ਗੋਰੀਆਂ ਕੁੜੀਆਂ ਤੋਂ ਬਚਾ ਕੇ ਰੱਖਣ ਲਈ ਕਹਿੰਦਾ ਹੈ। ਪੜ੍ਹਦੇ ਹਾਂ। ਮੈਂ ਤਾਂ ਅਮਰੀਕਾ ਪੈਰ ਨਹੀਂ ਸੀ ਧਰਨਾ ਜੇ ਧਰਮਕੋਟ ਵਾਲਾ ਕਰਮ ਸਿਉਂ ਉੱਥੋਂ ਪੁੱਠੀਆਂ ਸਿੱਧੀਆਂ ਚਿੱਠੀਆਂ ਨਾ ਪਾਉਂਦਾ। ਮੈਨੂੰ ਤਾਂ ਉਹਨੇ 2 ਲੱਖ ਚ ਭੁੰਜੇ ਲਾ ਦਿੱਤਾ। ਜ਼ਰਾ ਡਰਾਮਾ ਤਾਂ ਕਰੋ ਮੈਂ ਸਾਰੀ ਹੀ ਵਿਥਿਆ ਸੁਣਾਊਂਗਾ। ਤੁਹਾਨੂੰ ਤਾਂ ਬਸ ਗੋਰੀਆਂ ਦੀਆਂ ਗੱਲਾਂ ਸੁਣਨ ਦੀ ਲੱਗੀ ਹੋਈ ਹੈ। ਉਹੀ ਗੋਰੀਆਂ ਹਨ ਜਿਨ੍ਹਾਂ ਨੂੰ ਤੁਸੀਂ ਨਿੱਤ ਟੀਵੀ ਤੇ ਵੇਖਦੇ ਹੋ। ਫਰਕ ਸਿਰਫ ਇੰਨਾ ਹੀ ਹੈ ਕਿ ਟੀਵੀ ਚੋਂ ਉਹਨਾਂ ਦੇ ਜਿਸਮ ਦੀ ਮਹਿਕ ਨਹੀਂ ਆਉਂਦੀ ਪਰ ਸੱਚ ਪੁੱਛੋ ਤਾਂ ਉਹ ਗੋਰੀਆਂ ਟੀਵੀ ਵਾਲੀਆਂ ਗੋਰੀਆਂ ਨਹੀਂ। ਜੇ ਮੇਰੇ ਨਾਲ ਬੀਤੀ ਸੁਣਨੀ ਹੈ ਤਾਂ ਆਪਣੇ ਘੋੜਿਆਂ ਦੇ ਲਗਾਮ ਰਤਾ ਕੱਸ ਕੇ ਰੱਖੋ। ਤੁਸੀਂ ਤਾਂ ਚਾਹੁੰਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਸਿਰੇ ਦੀ ਸੁਣਾ ਦੇਵਾਂ। ਇਉਂ ਨਹੀਂ ਹੋਣਾ। ਆਰੰਭ ਤੋਂ ਹੀ ਹੋ ਸਕਦਾ ਹੈ। ਮੇਰੇ ਜੱਸੀ ਗਏ ਨੂੰ ਅਜੇ 6 ਕੁ ਮਹੀਨੇ ਹੀ ਹੋਏ ਸਨ ਜਦੋਂ ਕਰਮ ਸਿੰਘ ਦੀ ਪਹਿਲੀ ਚਿੱਠੀ ਮਿਲੀ। ਕਹਿੰਦਾ ਭਾਗ ਸਿਆਂ ਇੱਥੇ ਆ ਕੇ ਮੌਕਾ ਸੰਭਾਲ ਲੈ। ਤੇਰਾ ਇੱਕੋ ਇੱਕ ਪੁੱਤ ਚੋਰੀ ਹੋ ਜਾਣਾ ਹੈ। ਤੇਰਾ ਸਾਫਟਵੇਅਰ ਇੰਜੀਨੀਅਰ ਫਿਰ ਸਾਰੀ ਉਮਰ ਡੁਸਕਦਾ ਫਿਰੇਗਾ। ਹੁਣ ਦੇਰ ਕਾਹਦੀ ਹੈ। ਤੇਰੀ ਹੱਥੇ ਵੇਲਣੇ ਚ ਬਾਂਹ ਆਈ ਆ। ਸੋ ਇਸ ਤਰ੍ਹਾਂ ਕਰਮ ਸਿੰਘ ਚਿੱਠੀਆਂ ਪਾ ਪਾ ਕੇ ਮੈਂ ਪਾਤਰ ਭਾਗ ਸਿੰਘ ਨੂੰ ਅਮਰੀਕਾ ਆ ਕੇ ਆਪਣੇ ਪੁੱਤ ਨੂੰ ਬਚਾਉਣ ਲਈ ਕਹਿੰਦਾ। ਮੈਂ ਸੋਚਿਆ ਕਰਮ ਸਿੰਘ ਤਾਂ ਐਵੇਂ ਖਿਆਲਾਂ ਦੇ ਹਵਾਈ ਜਹਾਜ਼ ਉਡਾਈ ਜਾਂਦਾ ਹੈ। ਉਹਨੂੰ ਪੈਨਸ਼ਨ ਲੱਗੀ ਆ ਉੱਥੇ ਸਰਕਾਰੀ ਪੈਸੇ ਖਰੀ ਸ਼ਰਾਬ ਵਿਹਲਾ ਬੈਠਾ ਕਾਗਜ਼ ਕਾਲੇ ਕਰੀ ਜਾਂਦਾ ਹੈ। ਪਰ 4 ਕੁ ਮਹੀਨਿਆਂ ਮਗਰੋਂ ਦੌਧਰ ਦਾ ਇੱਕ ਚੋਬਰ ਉਧਰੋਂ ਆਇਆ। ਉਹ ਜੱਸੀ ਨਾਲ ਕੰਮ ਕਰਦਾ ਸੀ। ਜੱਸੀ ਨੇ ਉਹਦੇ ਕੋਲ ਮੇਰੇ ਲਈ ਘੜੀ ਭੇਜੀ ਸੀ। ਮੈਂ ਉਹਦੀ ਨਸ਼ੇ ਪਾਣੀ ਦੀ ਪੁੱਜ ਕੇ ਸੇਵਾ ਕੀਤੀ ਤੇ ਰੋਟੀ ਖਾਂਦਿਆਂ ਹੌਲੀ ਜਿਹੀ ਸੰਗਦੇ ਸੰਗਦੇ ਜੱਸੀ ਬਾਰੇ ਪੁੱਛ ਹੀ ਲਿਆ। ਉਹ ਚੋਬਰ ਕਹਿੰਦਾ ਜੱਸੀ ਦੇ ਵਿਆਹ ਵਿਊਹ ਦਾ ਤਾਂ ਉਹਨੂੰ ਪਤਾ ਨਹੀਂ ਪਰ ਉੱਥੇ ਗੋਰੀਆਂ ਕੁੜੀਆਂ ਲੱਭ ਜ਼ਰੂਰ ਪੈਂਦੀਆਂ ਹਨ ਖਾਸ ਕਰਕੇ ਸੋਹਣੇ ਤੇ ਚੰਗੇ ਨੌਕਰੀ ਲੱਗੇ ਮੁੰਡਿਆਂ ਲਈ। ਸੋ ਇਸ ਤਰ੍ਹਾਂ ਹੁਣ ਭਾਗ ਸਿੰਘ ਨੇ ਉਸ ਬਾਹਰੋਂ ਆਏ ਲੜਕੇ ਦੇ ਦੁਆਰਾ ਇੰਨਾ ਤਾਂ ਪਤਾ ਕਰ ਲਿਆ ਕਿ ਉੱਥੇ ਲੜਕੀਆਂ ਜ਼ਰੂਰ ਮਿਲ ਜਾਂਦੀਆਂ। ਸੋ ਹੁਣ ਇਹਦੇ ਨਾਲ ਵੀ ਇੱਕ ਪੰਜਾਬੀ ਬਾਪ ਦੀ ਚਿੰਤਾ ਵੱਧਦੀ ਹੈ। ਸੁਣ ਕੇ ਮੇਰੀ ਤਾਂ ਖਾਨੇ ਹੋ ਗਈ। ਮੁੰਡਾ ਉਹ ਵੀ ਸਿਆਣਾ ਸੀ ਸਮਝ ਗਿਆ। ਕਹਿੰਦਾ ਤਾਇਆ ਜੀ ਐਵੇਂ ਫਿਕਰ ਨਾ ਕਰਿਓ। ਉਹ ਕੁੜੀਆਂ ਤਾਂ ਸ਼ਾਮ ਨੂੰ ਘੁੰਮਣ ਫਿਰਨ ਲਈ ਸ਼ਰਾਬ ਦਾ ਘੁੱਟ ਪੀਣ ਲਈ ਜਾਂ ਕਿਧਰੇ ਫਿਲਮ ਮੂਵੀ ਵੇਖਣ ਲਈ ਹੁੰਦੀਆਂ। ਸੁਣ ਕੇ ਮੇਰੇ ਤਾਂ
ਹੋਰ ਸਾਨ ਮਾਰੇ ਗਏ। ਬਈ ਜਵਾਨ ਜਹਾਨ ਕੁਆਰੀਆਂ ਕੁੜੀਆਂ ਗੱਭਰੂ ਮੁੰਡਿਆਂ ਨਾਲ ਹਨੇਰੇ ਸਨੇਰੇ ਫਿਰਦੀਆਂ, ਸਾਲੇ ਮਾਂ ਪਿਓ ਉਹਨਾਂ ਦੇ ਕਿਹੜੀ ਨੀਂਦ ਨਗਰੀ ਚ ਰਹਿੰਦੇ ਆ। ਮੈਂ ਸੋਚਿਆ ਕਿ ਛੇਤੀ ਹੀ ਕੋਈ ਵਿਉਂਤ ਬਣਾਵਾਂ। ਇਹ ਗੱਲ ਆਈ ਗਈ ਕਰਨ ਵਾਲੀ ਨਹੀਂ। ਹਫ਼ਤੇ ਕੁ ਮਗਰੋਂ ਦਾਤੇ ਨੇ ਆਪੇ ਸੁਣ ਲਈ। ਜੱਸੀ ਦਾ ਫੋਨ ਆ ਗਿਆ। ਆਂਦਾ, ਡੈਡੀ 2 ਮਹੀਨੇ ਹੋਏ ਆ ਮੈਂ ਆਪਣੇ ਯੂਨਿਟ ਦਾ ਮੈਨੇਜਰ ਬਣ ਗਿਆ। ਮੈਂ ਤੁਹਾਨੂੰ ਕੱਲ ਟਿਕਟ ਭੇਜੀ ਆ, ਤੁਸੀਂ ਆ ਕੇ ਮਿਲ ਜਾਓ। ਨਾਲੇ ਮੁਲਕ ਦੇਖ ਲਿਓ, ਨਾਲੇ ਸੈਰ ਹੋ ਜਾਓ। ਮੇਰਾ ਮੱਥਾ ਜ਼ਰੂਰ ਠਣਕਿਆ ਵੀ ਕਿਤੇ ਉਹ ਗੱਲ ਨਾ ਹੋਵੇ ਕਿ ਮੇਰੇ ਜਾਂਦੇ ਨੂੰ ਅੱਗੇ ਵਿਆਹ ਧਰੀ ਬੈਠਾ ਹੋਵੇ। ਮੈਂ 6 ਹਫ਼ਤਿਆਂ ਵਿੱਚ ਫਰੀਮਾਂਡ ਪਹੁੰਚ ਗਿਆ। ਆਹੋ, ਉਹੀ ਕੈਲੀਫੋਰਨੀਆ ਦਾ ਸ਼ਹਿਰ। ਉਹ ਮੁਲਕ ਕਾਹਦਾ ਹੈ, ਸੁਰਗ ਆ ਸੁਰਗ। ਜੱਸੀ ਕੋਲ ਚੰਗੀ ਖੁੱਲੀ ਅਪਾਰਟਮੈਂਟ ਸੀ ਤੇ ਵਧੀਆ ਗੱਲ ਇਹ ਸੀ ਕਿ ਨੇੜੇ ਹੀ ਇੱਕ ਪਾਰਕ ਸੀ, ਬਹੁਤ ਸੋਹਣੀ। ਮੈਂ ਤਾਂ ਕਹਿਣਾ ਪਾਰਕ ਬਣਾਉਣ ਵਾਲੇ ਨੇ ਫੱਟੇ ਚੱਕਤੇ। ਹਰੇਕ ਚੂਚ ਰੁੱਖ ਤੇ ਬੂਟੇ, ਗਦੈਲੇ ਵਰਗਾ ਘਾਹ, ਰੰਗ ਬਰੰਗੇ ਫੁੱਲ, ਕਾਲੇ ਪੇਂਟ ਕੀਤੇ ਬੈਂਚ ਤੇ ਮੇਜ਼, 6 ਨੁੱਕਰਾਂ ਇੱਟਾਂ ਦਾ ਬਾਥਰੂਮ ਤੇ ਨਾਲੇ ਠੰਡੇ ਪਾਣੀ ਦੀ ਟੂਟੀ। ਪਰ ਮਨ ਫਿਰ ਵੀ ਆਵਾਜ਼ਾ ਰਹੇ। ਇੱਕ ਤਾਂ ਸਮਝ ਨਾ ਆਵੇ ਕਿ ਜੱਸੀ ਬਾਰੇ ਪੱਕਾ ਪਤਾ ਕਿੱਥੋਂ ਲੱਗੇ, ਬਈ ਉਹਦੀ ਕਿਸੇ ਗੋਰੀ ਨਾਲ ਗੱਲਬਾਤ ਹੈ ਵੀ ਜਾਂ ਨਹੀਂ। ਦੂਜਾ ਪਿੱਛੋਂ ਦਾ ਫਿਕਰ ਵੀ ਸੀਰੀ ਸਾਂਝੀ ਮੇਰੇ ਬਿਨਾਂ ਸਾਰ ਵੀ ਲੈਣਗੇ। ਇੱਕ ਦਿਨ ਐਵੇਂ ਇਸ ਫਿਕਰ ਚ ਗਵਾ ਦਿੱਤਾ ਕਿ ਟਰੈਕਟਰ ਦਾ ਪਿਛਲਾ ਖੱਬਾ ਟਾਇਰ ਜਿਹੜਾ ਮਾੜਾ ਸੀ ਫਟ ਨਾ ਗਿਆ ਹੋਵੇ। ਇਹੋ ਜਿਹੇ ਫਿਕਰਾਂ ਚ ਤੀਜੇ ਚੌਥੇ ਦਿਨ ਘਰ ਚਿੱਠੀ ਪਾ ਦਿਆ ਕਰਾਂ। ਸੋ ਹੁਣ ਭਾਗ ਸਿੰਘ ਭਾਵੇਂ ਅਮਰੀਕਾ ਆ ਗਿਆ, ਪਰ ਕਿਤੇ ਨਾ ਕਿਤੇ ਉਹ ਪਿੱਛੇ ਬਾਰੇ ਵੀ ਸੋਚਦਾ ਰਹਿੰਦਾ। ਸੋ ਉਹ ਤਾਂ ਸਾਡੇ ਪੰਜਾਬੀਆਂ ਦਾ ਹੈਗਾ ਹੀ ਹੈ ਨਾ, ਉਹ ਐਵੇਂ ਸੋਚਦੇ ਰਹਿੰਦੇ, ਪਿੱਛੇ ਵਿੱਚ ਵੀ ਉਹ ਫਸੇ ਰਹਿੰਦੇ। ਹੁਣ ਇੱਕ ਦਿਨ ਚਿੱਠੀ ਲਿਖਣ ਲੱਗਾ ਤਾਂ ਪੈਨ ਭਾਲਦਾ ਜੱਸੀ ਦੇ ਸੌਣ ਕਮਰੇ 'ਚ ਚਲਾ ਗਿਆ। ਉਹ ਆਪਣੇ ਕਮਰੇ ਦਾ ਬੂਹਾ ਸਦਾ ਹੀ ਬੰਦ ਰੱਖਦਾ ਸੀ, ਪਰ ਉੱਥੇ ਕਮਰਿਆਂ ਨੂੰ ਬਾਹਰੋਂ ਜੰਦਰਾ ਕੁੰਡੀ ਤਾਂ ਕੋਈ ਹੈ ਨਹੀਂ। ਜੱਸੀ ਦੇ ਪਲੰਗ ਦੇ ਸਰਾਣੇ ਮੇਜ਼ ਤੇ ਇੱਕ ਤਸਵੀਰ ਪਈ ਸੀ। ਗੋਰੀ ਕੁੜੀ, ਕਾਲਾ ਕੁੜਤਾ, ਫਰੋਜ਼ੀ ਅੱਖਾਂ, ਸੁਨਹਿਰੀ ਫਰੇਮ ਤੇ ਨੀਲੀ ਪਾ ਵਾਲਾ ਸ਼ੀਸ਼ਾ। ਵਹਿੰਦਿਆਂ ਸਾਰ ਮੈਂ ਤਾਂ ਉੱਥੇ ਹੀ ਬਹਿ ਗਿਆ, ਉਹਦੀਆਂ ਅੱਖਾਂ ਹੀ ਵੇਖੀ ਗਿਆ। ਉਹ ਅੱਖਾਂ ਉਸ ਕਿਸਮ ਦੀਆਂ ਜਾਪਦੀਆਂ ਸਨ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਲੋਇਣ ਕਿਹਾ ਸੀ। ਉਸਦਾ ਹੁਸਨ ਇਨ ਬਿਨ ਕੱਜਲ ਰੇਖ ਨਾ ਸਹਿੰਦੀਆਂ ਅੱਖਾਂ ਵਾਲਾ ਸੀ। ਦੂਜੇ ਪਾਸੇ ਦਿਲ ਨੂੰ ਉਂਝ ਡੋਬੂ ਪਈ ਜਾਵੇ ਬਈ ਜੱਸੀ ਨੂੰ ਤਾਂ ਲੁੱਟ ਲੂ ਗੋਰੀ। ਮੈਨੂੰ ਚਿੱਠੀ ਲਿਖਣ ਦਾ ਤਾਂ ਭੁੱਲ ਗਿਆ ਚੇਤਾ। ਸਾਰਾ ਦਿਨ ਢੇਰੀ ਢਾਹ ਕੇ ਬੈਠਾ ਰਿਹਾ, ਡਰਾਂ ਕਿ ਕਿਧਰੇ ਦੁਸ਼ਟੇ ਕਰਮੇ ਦੀਆਂ ਸੱਚੀ ਨਾ ਹੋ ਜਾਣ ਸੱਚੀਆਂ। ਮਸਾਂ ਲੰਘਿਆ ਬਾਕੀ ਦਾ ਦਿਨ। ਸ਼ਾਮੀ ਜੱਸੀ ਆਇਆ। ਬਹਿ ਕੇ ਚਾਹ ਪਾਣੀ ਪੀਣ ਲੱਗੇ ਤਾਂ ਮੈਂ ਕਿਹਾ, ਸ਼ੇਰਾ ਤੇਰੇ ਕਮਰੇ 'ਚ ਤਸਵੀਰ ਕਿਹਦੀ ਆ? ਕਹਿੰਦਾ, ਡੈਡੀ ਉਹ ਤਾਂ ਐਵੇਂ ਇੱਕ ਕੁੜੀ ਦੀ ਹੈ ਜੋ ਇੱਥੇ ਇੱਕ ਕੰਪਨੀ ਲਈ ਮਾਡਲਿੰਗ ਕਰਦੀ ਹੈ। ਮੈਨੂੰ ਮਾਡਲਿੰਗ ਦੀ ਤਾਂ ਕੋਈ ਸਮਝ ਨਾ ਆਈ ਕਿ ਉਹ ਕੀ ਹੁੰਦਾ ਹੈ, ਪਰ ਮੈਂ ਪੁੱਛਿਆ, ਫਿਰ ਤੈਨੂੰ ਉਹਨੇ ਤਸਵੀਰ ਕਾਹਤੋਂ ਦੇਤੀ? ਡੈਡੀ ਮੈਂ ਤਾਂ ਤਸਵੀਰ ਇੱਕ ਰਸਾਲੇ 'ਚੋਂ ਕੱਟੀ ਹੈ। ਜੱਸੀ ਨੇ ਗੱਲ ਮੁਕਾ ਦਿੱਤੀ। ਪਰ ਮੇਰੇ ਮਨ ਨੂੰ ਚੈਨ ਨਾ ਆਵੇ। ਰਸਾਲੇ ਵਾਲੀ ਗੱਲ ਤਾਂ ਉੱਕਾ ਹੀ ਮੇਰੇ ਮਨ ਨੂੰ ਨਾ ਲੱਗੀ। ਮੈਂ ਸੋਚਿਆ ਕਿਸੇ ਹੋਰ ਵਿਉਂਤ ਨਾਲ ਇਸ ਕਿੱਸੇ ਕਹਾਣੀ ਦੀ ਪੈੜ ਕੱਢਾਂ। ਬਸ ਇਹੋ ਜਿਹੀਆਂ ਗਿਣਤੀਆਂ ਮਿਣਤੀਆਂ 'ਚ ਪਿਆ ਰਿਹਾ। ਨਾ ਕਿਸੇ ਦੀ ਸਲਾਹ ਮਸ਼ਵਰਾ ਲੈਣ ਦਾ ਹੀਆਂ ਪਏ। ਇੰਨੀ ਨੀਚੀ ਗੱਲ ਜੇ ਬੰਦਾ ਕਰਨੀ ਚਾਹੇ ਤਾਂ ਕਰੇ ਕਿਹਦੇ ਨਾਲ ਤੇ ਕਹੇ ਕੀ? ਮੇਰਾ ਤਾਂ ਸਿਰ ਦੁਖਣ ਲੱਗ ਪਿਆ ਕਰੇ ਸੋਚ ਕੇ। ਇੱਕ ਉੱਥੋਂ ਦੇ ਮਕਾਨ ਵੀ ਕਬੂਤਰਖਾਨੇ ਹੀ ਸਮਝੋ। ਸਾਰਾ ਦਿਨ ਅੰਦਰ ਤੜੇ ਰਹਿਣਾ ਬਹੁਤ ਮੁਸ਼ਕਿਲ ਹੈ। ਜੀ ਕਾਹਲਾ ਪੈਣ ਲੱਗ ਪੈਂਦਾ ਹੈ ਉੱਥੇ ਤਾਂ ਚੰਗੇ ਭਲੇ ਬੰਦੇ ਦਾ। ਤਾਂ ਹੀ ਤਾਂ ਉੱਥੇ ਸਿਆਣੇ ਆਦਮੀ ਨੱਸਦੇ ਆ ਗੁਰਦੁਆਰਿਆਂ ਨੂੰ ਜਾਂ ਪਾਰਕਾਂ ਨੂੰ। ਮੈਂ ਵੀ ਲਗਭਗ ਹਰ ਰੋਜ਼ ਪਾਰਕ 'ਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਆਪਣੇ 5-7 ਸਿਆਣੇ ਆ ਕੇ ਬੈਠੇ ਰਹਿੰਦੇ। ਸਾਰਾ ਦਿਨ ਗੱਪਾਂ ਮਾਰਦੇ, ਤਾਸ਼ ਖੇਡਦੇ ਤੇ ਕਈ ਵਾਰੀ ਪਾਰਕ ਦੀ ਲਹਿੰਦੀ ਨੁੱਕਰ ਵਾਲੀ ਚੀਨੀਆਂ ਦੀ ਦੁਕਾਨ ਤੋਂ ਸੋਡਾ ਤੇ ਸ਼ਰਾਬ ਦੀ ਬੋਤਲ ਵੀ ਫੜ ਲਿਆਉਂਦੇ। ਸ਼ਰਾਬ ਵੀ ਐਸੀ ਹੁੰਦੀ ਜਿਵੇਂ ਗੋਰੀਆਂ ਦੇ ਸਾਹ ਕਸ਼ੀਦ ਕੀਤੇ ਹੋਣ। ਅਕਸਰ ਕਰਮ ਸਿਉਂ ਵੀ ਉੱਥੇ ਆ ਜਾਂਦਾ। ਸਾਰੇ ਰਲ ਮਿਲ ਕੇ ਸਮੇਂ ਦੀ ਢੋਲਕੀ ਵਜਾਈ ਜਾਂਦੇ। ਇਉਂ ਦਿਨ ਕੁਝ ਆਸਾਨੀ ਨਾਲ ਲੰਘਣ ਲੱਗ ਪਏ। ਜੱਸੀ ਨੇ ਕੋਈ ਐਸੀ ਗੱਲ ਨਹੀਂ ਛੇੜੀ ਜੇ ਤੋਂ ਮੈਂ ਡਰਦਾ ਸਾਂ। ਪਰ ਪਾਰਕ 'ਚ ਕਰਮ ਸਿਉਂ ਮੇਰਾ ਲਹੂ ਪੀਣ ਲੱਗ ਪਿਆ। ਹਰ ਤੀਜੇ ਦਿਨ ਉਹੀ ਰਿਕਾਰਡ ਲਾ ਲਵੇ। ਉਹ ਭਾਗ ਸਿਆਂ, ਬਾਈ ਮੇਰਿਆ ਤੈਨੂੰ ਉਸ ਦਿਨ ਖਬਰ ਹੋਣੀ ਹੈ ਜਿਸ ਦਿਨ ਮੁੰਡੇ ਨੇ ਬਹੂ ਲਿਆ ਕੇ ਤੇਰੇ ਮੂਹਰੇ ਖੜੀ ਕਰਤੀ। ਪਰ ਉਹ ਕਿਤੇ ਖੜੀ ਹੋਣ ਵਾਲੀ ਜਾਤ ਹੈ। ਉਹ ਤਾਂ ਚਿੱਟੀ ਕਬੂਤਰੀ ਹੈ, ਚਿੱਟੀ। ਮਾਰ ਜਾਣੀ ਹੈ ਉਹਨੇ ਉਡਾਰੀ ਚੋਗਾ ਚੁੱਕ ਕੇ। ਮਗਰੋਂ ਝਾਕੂ ਤੇਰਾ ਜੱਸੀ ਜਿਵੇਂ ਗੁਟਾਰ ਝਾਕਦੀ ਹੈ ਜਿਹਦੇ ਕਾਂ ਪੀ ਜਾਂਦਾ ਆਂਡੇ।
ਆਸਾਂ ਕਰਦੇ ਨੂੰਹ ਸੇਵਾ ਕਰੂਗੀ, ਖਾ ਲਈ ਮੰਨੀਆਂ। ਸੋ ਹੁਣ ਇਸ ਤਰ੍ਹਾਂ ਕਰਮ ਸਿੰਘ ਭਗਤ ਸਿੰਘ ਨੂੰ ਇਹੋ ਜਿਹੀਆਂ ਗੱਲਾਂ ਕਰ ਕਰਕੇ ਪਰੇਸ਼ਾਨ ਕਰਦਾ ਰਹਿੰਦਾ। ਸੋ ਹੁਣ ਦੇਖਦੇ ਹਾਂ ਕਰਮ ਸਿੰਘ ਭਗਤ ਸਿੰਘ ਕੀ ਕਰਦਾ ਅੱਗੇ। ਮੈਂ ਕੌੜੀ ਘੁੱਟ ਭਰ ਲੈਂਦਾ, ਉਹਦੀ ਗੱਲ ਪੀ ਜਾਂਦਾ। ਇੱਕ ਦਿਨ ਮੈਨੂੰ ਕਿਸੇ ਹੋਰ ਪਾਰਕ ਵਿੱਚ ਇਕੱਠੇ ਹੋਣ ਵਾਲਿਆਂ ਨੂੰ ਉੱਥੇ ਪਾਰਕੀਏ ਕਹਿੰਦੇ ਆ ਨੇ ਦੱਸਿਆ ਕਰਮ ਸਿੰਘ ਦੀ ਨੂੰਹ ਉਹਦੇ ਉੱਤੇ ਕੋਲੜਾ ਚੰਗਾ ਕੱਸ ਕੇ ਰੱਖਦੀ ਸੀ। ਸੋ ਇਸੇ ਕਰਕੇ ਸ਼ਾਇਦ ਕਰਮ ਸਿੰਘ ਨੂੰ ਕਾਫੀ ਅਨੁਭਵ ਹੈ, ਇਸੇ ਕਰਕੇ ਉਹ ਭਗਤ ਸਿੰਘ ਨੂੰ ਚੇਤੰਨ ਕਰਦਾ ਰਹਿੰਦਾ, ਕਿਉਂਕਿ ਉਹਦੀ ਨੂੰਹ ਵੀ ਉਹਦੇ ਉੱਤੇ ਚੰਗਾ ਪਹਿਰਾ ਰੱਖਦੀ ਹੈ। ਹਰ ਤੀਜੇ ਦਿਨ ਸਾਰੇ ਘਰ ਚ ਗਲੀਚੇ ਉੱਤੇ ਮਸ਼ੀਨ ਫੇਰਨ ਦਾ ਕੰਮ ਕਰਮ ਸਿੰਘ ਦੇ ਜਿੰਮੇ ਸੀ। 2:30 ਵਜੇ ਉਹਦੇ ਪੋਤਾ ਪੋਤੀ ਪੜ੍ਹ ਕੇ ਆਉਂਦੇ ਸਨ ਤੇ ਕਰਮ ਸਿੰਘ ਨੂੰ ਉਦੋਂ ਤੱਕ ਉਹਨਾਂ ਦੀ ਦੇਖਭਾਲ ਕਰਨੀ ਪੈਂਦੀ ਸੀ ਜਦੋਂ ਤੱਕ ਉਹਨਾਂ ਦੀ ਮੰਮੀ ਜਾਂ ਡੈਡੀ ਕੰਮ ਤੋਂ ਨਹੀਂ ਸੀ ਆ ਜਾਂਦਾ। ਉੱਥੋਂ ਦੇ ਜੰਮੇ ਪਲੇ ਜਵਾਕ ਵੀ ਅੱਗ ਦੀਆਂ ਨਾੜਾਂ ਹਨ, ਕਿਸੇ ਤੋਂ ਆਹ ਨਹੀਂ ਖਵਾਉਂਦੇ। ਇਹ ਤਾਂ ਹੈ ਹੀ, ਉੱਥੋਂ ਦੇ ਬੱਚੇ ਸਾਡੇ ਪੰਜਾਬੀਆਂ ਦੇ ਨਾਲੋਂ ਕਿਤੇ ਹੀ ਜ਼ਿਆਦਾ ਚੇਤੰਨ ਹੈ ਤੇ ਉਹਨਾਂ ਨੂੰ ਅਧਿਕਾਰ ਵੀ ਕਾਫੀ ਹੈ। ਉੱਥੋਂ ਦੇ ਜਵਾਕਾਂ ਦੀ ਵੀ ਸੁਣੋ। ਕਰਮ ਸਿੰਘ ਅਜੇ ਨਵਾਂ ਦੇਸੋਂ ਆਇਆ ਸੀ। ਇੱਕ ਦਿਨ ਉਹਦਾ 4 ਕੁ ਸਾਲਾਂ ਦਾ ਪੋਤਰਾ ਚੌੜ ਕਰਨ ਨੂੰ ਨਾ ਹਟੇ। ਕਰਮ ਸਿੰਘ ਨੇ ਖਿੱਚ ਕੇ ਮੁੰਡੇ ਦੇ ਮੂੰਹ ਤੇ ਚਪੇੜ ਮਾਰ ਦਿੱਤੀ। ਗੱਲ ਤੇ ਪੈ ਗਈ ਲਾਸ। ਉਹਦੀ 7 ਸਾਲਾਂ ਦੀ ਪੋਤਰੀ ਨੇ ਚੁੱਕ ਕੇ ਪੁਲਿਸ ਨੂੰ ਕਰ ਦਿੱਤਾ ਫੋਨ। ਦਗੜ ਕਰਦੇ ਆ ਗਏ 2 ਪੁਲਿਸੀਏ। ਉਹਨਾਂ ਨੇ ਬੱਚਿਆਂ ਨਾਲ ਗਿਟਮਿਟ ਕੀਤੀ ਤੇ ਲਾ ਲਈ ਕਰਮ ਸਿੰਘ ਸਰਪੰਚ ਤੇ ਹੱਥ ਕੜੀ। ਚਾਈਲਡ ਅਬਿਊਜ਼ ਦੇ ਕੇਸ 'ਚ ਉਹ ਲੈ ਗਏ ਕਰਮ ਸਿੰਘ ਨੂੰ ਥਾਣੇ। ਸ਼ਾਮ ਨੂੰ ਜਾ ਕੇ ਪੁੱਤ ਨੇ ਜ਼ਮਾਨਤ ਭਰ ਕੇ ਛੁਡਵਾਇਆ। ਸਾਰੀ ਪੰਜਾਬੀ ਬਰਾਦਰੀ ਵਿੱਚ ਖਬਰ ਫੈਲ ਗਈ, ਬਜ਼ੁਰਗ ਪੋਤਾ ਕੁੱਟਣ ਦੇ ਜੁਰਮ ਵਿੱਚ ਗ੍ਰਿਫਤਾਰ। ਸੋ ਇਹ ਸਾਰਾ ਕੁਝ ਕਰਮ ਸਿੰਘ ਦੇ ਨਾਲ ਵਾਪਰਿਆ ਹੋਇਆ। ਅਗਲੇ ਨੇ ਤਾਂ ਆਪੇ ਡਰ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ। ਕਰਮ ਸਿੰਘ ਮੁੜ ਕੇ ਕਿੰਨਾ ਚਿਰ ਪਾਰਕ ਵਿੱਚ ਨਹੀਂ ਵੜਿਆ, ਕੰਨ 'ਚ ਪਾਇਆ ਨਹੀਂ ਰੜਕਿਆ। ਹੁਣ ਜਦੋਂ ਵੀ ਕੋਈ ਪਾਰਕੀਆ ਝੇੜ ਕਰਦਾ ਤਾਂ ਕਰਮ ਸਿੰਘ ਕਹਿੰਦਾ, ਇੱਥੋਂ ਦੀਆਂ ਜੇਲਾਂ ਤਾਂ ਫੰਨੇ ਖਾਂ ਬੈਠ ਖਾਂ ਨੂੰ ਵੀ ਪਰੇ ਕਰਦੀਆਂ। ਨਾਲੇ ਮੈਂ ਸੋਚਿਆ 2-4 ਡੰਗ ਗੋਰੀਆਂ ਦੀਆਂ ਪੱਕੀਆਂ ਖਾ ਆਈਏ। ਦੇਸੀ ਨੂੰਹ ਦੀਆਂ ਖਾ ਕੇ ਬਾਏ ਹੋ ਗਈ ਸੀ। ਕਰਮ ਸਿੰਘ ਨਾਲ ਇਹ ਕੋਈ ਜੱਗੋ ਬਾਹਰੀ ਨਹੀਂ ਸੀ ਹੋਈ। ਉੱਥੇ ਦੀਆਂ ਨੂੰਹਾਂ ਨੇ ਸੱਸ ਸਹੁਰਿਆਂ ਦੇ ਦਮ ਨੱਕ ਵਿੱਚ ਕੀਤੇ ਹੋਏ ਸਨ। ਪੂਰੀ ਬੰਦਿਸ਼ ਵਿੱਚ ਘਰ 'ਚ ਰਹਿਣਾ ਪੈਂਦਾ ਹੈ। ਉੱਚੀ ਤੁਸੀਂ ਨਹੀਂ ਬੋਲ ਸਕਦੇ, ਬੱਚਿਆਂ ਨੂੰ ਚੰਗਾ ਮੰਦਾ ਤੁਸੀਂ ਨਹੀਂ ਕਹਿ ਸਕਦੇ, ਗੁਸਲਖਾਨੇ ਤੁਸੀਂ ਟਿਚਨ ਵਰਗੇ ਰੱਖਣੇ ਆ। ਮਜ਼ਾਲ ਕਿਤੇ ਪਾਣੀ ਦਾ ਛਿੱਟਾ ਵੀ ਇੱਧਰ ਉੱਧਰ ਪੈ ਜਾਵੇ। ਚਾਹ ਪਾਣੀ ਤੇ ਰੋਟੀ ਬਾਣ ਨਾਲ ਵਕਤ ਸਿਰ ਖਾਓ, ਨਹੀਂ ਤਾਂ ਅਗਲੇ ਡੰਗ ਤਾਈਂ ਛੁੱਟੀ। ਸ਼ਰਾਬ ਨੂੰ ਤੁਸੀਂ ਘਰ 'ਚ ਮੂੰਹ ਨਹੀਂ ਲਾਉਣਾ, ਬੱਚਿਆਂ ਤੇ ਬੁਰਾ ਅਸਰ ਪੈਂਦਾ ਹੈ। ਉੱਥੇ ਤਾਂ ਨੂੰਹਾਂ ਪਾਉਂਦੀਆਂ ਨੇ ਪਤਲੂਨਾਂ ਅਤੇ ਪੁੱਤ ਪਾਉਂਦੇ ਆ ਸਲਵਾਰਾਂ। ਮੈਂ ਤਾਂ ਇਹ ਵੀ ਸੁਣਿਆ ਸੀ ਵੀ ਇੱਕ ਨੂੰ ਬੁੜੇ ਨੂੰ ਗਰਮ ਦੁੱਧ ਵਿੱਚ ਸੌਣ ਵਾਲੀਆਂ ਗੋਲੀਆਂ ਪਾ ਦਿੰਦੀ ਸੀ। ਕਹਿੰਦਾ ਬੁੜਾ ਸਾਰੀ ਰਾਤ ਐਵੇਂ ਖੰਘਦਾ ਰਹਿੰਦਾ ਸੀ ਜਾਂ ਘੜੀ ਗੁਸਲਖਾਨੇ ਦੀ ਗੋਦਾਵਰੀ ਕਰਨ ਤੁਰਿਆ ਰਹਿੰਦਾ ਸੀ। ਉੱਥੇ ਸਿਆਣੇ ਬੰਦੇ ਇੱਕ ਦੂਜੇ ਦਾ ਸਹਾਰਾ ਇਉਂ ਲੱਭਦੇ ਪ੍ਰਤੀਤ ਹੁੰਦੇ ਸਨ ਜਿਵੇਂ ਜੰਗਲ ਵਿੱਚ ਤੂਫਾਨ ਸਮੇਂ ਬਿਰਖ ਇੱਕ ਦੂਜੇ ਉੱਤੇ ਝੁੱਕ ਕੇ ਡਿੱਗਣ ਤੋਂ ਬਚਣ ਦਾ ਤਰਲਾ ਮਾਰਦੇ ਆ। ਪਾਰਕ ਵਿੱਚ ਬੈਠੇ ਜਾਂ ਤਾਂ ਉਹ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਆ ਜਾਂ ਫਿਰ ਢਲਦੀ ਉਮਰੇ ਚੜ੍ਹਦੀ ਉਮਰ ਦੀਆਂ ਕਹਾਣੀਆਂ ਵਰਤਾਉਂਦੇ ਰਹਿੰਦੇ ਆ ਮਸਾਲੇ ਲਾ ਕੇ। ਇੱਕ ਦਿਨ ਅਸੀਂ ਬੈਠੇ ਸਾਂ ਮਹਿਫਲ ਲਾਈ ਪਾਰਕ ਦੇ ਬੈਂਚਾਂ ਤੇ। ਅਸਮਤ ਕਹਿੰਦਾ ਬਈ ਉਹ ਜਵਾਨੀ ਵੇਲੇ 7 ਸਾਲ ਸਰਗੋਧੇ ਕੁੱਕੜ ਲੜਾਉਂਦਾ ਰਿਹਾ ਸੀ ਅਤੇ ਸਿਰਫ 2 ਵਾਰ ਉਹਦਾ ਕੁੱਕੜ ਨਹੀਂ ਸੀ ਜਿੱਤਿਆ। ਮੈਂ ਕਿਹਾ ਠਹਿਰ ਬਈ ਠਹਿਰ, ਮੈਂ ਤਾਂ ਨਿੱਕਾ ਹੁੰਦਾ ਹੀ ਉਡਾਉਂਦਾ ਸਾਂ ਕਬੂਤਰ। ਸਾਡੇ ਦਲਾਨ ਦੀ ਛੱਤ ਉੱਤੇ ਕਬੂਤਰਾਂ ਦਾ ਅੱਡਾ ਸੀ। ਪੂਰੇ 9 ਕਬੂਤਰ ਸੀ ਮੇਰੇ, ਪਰ ਸਾਰਿਆਂ ਚੋਂ ਸ਼ੇਰ ਦੀ ਬੱਚੀ ਸੀ ਮੇਰੀ ਚਿੱਟੀ ਕਬੂਤਰੀ। ਉਹ ਉੜਦੀ ਧਰਤੀ ਤੋਂ ਚੰਦ ਦੇ ਅੱਧ ਤੇ ਹੀ ਪਹੁੰਚ ਜਾਂਦੀ ਤੇ ਮਜਾਲ ਹੈ ਸਾਰਾ ਦਿਨ ਹੇਠਾਂ ਧਰਤੀ ਵੱਲ ਝਾਕ ਜਾਵੇ। ਮੈਂ ਉਹਨੂੰ ਬਦਾਮ ਮਗਜ਼ ਤੇ ਨਿਓਜ਼ੇ ਖਵਾਉਂਦਾ ਹੁੰਦਾ ਸੀ। ਤੁਹਾਨੂੰ ਯਾਦ ਹੀ ਹੋਣਾ ਜਦੋਂ ਕੱਤੇ ਦੀ ਪੁੰਨਿਆ ਨੂੰ ਆਪਣੇ ਪਿੰਡ ਕਬੂਤਰਾਂ ਦਾ ਮੁਕਾਬਲਾ ਸੀ। ਮੈਂ ਸਵਖਤੇ ਉੱਠ ਕੇ ਚਿੱਟੀ ਨੂੰ ਉਹਦੀ ਖੁਰਾਕ ਦਿੱਤੀ, ਉਹਦੇ ਦੋਵੇਂ ਵੱਡੇ ਖੰਭ ਉਤਾਂਹ ਕਰਕੇ ਹੌਲੀ ਹੌਲੀ ਮਾਲਿਸ਼ ਕੀਤੀ, ਫਿਰ ਜਿਵੇਂ ਤੀਰ ਛੱਡੀ ਦਾ ਹੈ ਕਮਾਨੋ ਛੱਡਤੀ ਮੈਂ ਉਸ ਮਾਨ 'ਚ। ਪਰ ਛੱਡੀ ਐਸੀ ਕਿ ਅੱਜ ਤਾਈਂ ਨਹੀਂ ਮੁੜੀ। ਬੜਾ ਦੁੱਖ ਹੋਇਆ ਜਦੋਂ ਉਹਦੀ ਉਗ ਸੁਗ ਨਾ ਨਿਕਲੀ, ਰੋਟੀ ਦੀ ਬੁਰਕੀ ਨਾ ਲੰਘੇ। ਮੂੰਹ ਚੁੱਕ ਕੇ ਮੈਂ ਅਸਮਾਨ ਵੱਲ ਵੇਖੀ ਜਾਇਆ ਕਰਾਂ। ਬਹੁਤ ਦੁੱਖ ਇਸ ਗੱਲ ਦਾ ਸੀ ਕਿ ਉਹਨੂੰ ਮੇਰੇ ਨਾਲੋਂ ਵੱਧ ਪਿਆਰ ਕੋਈ ਹੋਰ ਕਰ ਹੀ ਨਹੀਂ ਸੀ ਸਕਦਾ। ਨਾਲੇ ਜੇ ਸਾਲਾ ਕਬੂਤਰ ਮੁੜ ਕੇ ਨਾ ਆਉਂਦਾ ਤਾਂ ਹੋਰ ਗੱਲ ਸੀ, ਪਰ ਕਬੂਤਰੀ। ਤੁਸੀਂ ਸਮਝੋਗੇ ਕਿ ਮੈਂ ਗੱਲ ਕਰਦਾ ਹੋਰ ਹੀ ਜਬੜੀਆਂ ਮਾਰਨ ਲੱਗ ਪਿਆ।
ਪਰ ਰਤਾ ਕੋ ਧੀਰਜ ਰੱਖੋ, ਇਸ ਗੱਲ ਦਾ ਸੰਬੰਧ ਵੀ ਗੋਰੀਆਂ ਨਾਲ ਹੀ ਹੈ। ਬੰਦਾ ਜਦੋਂ ਪੁੱਜ ਕੇ ਦੁਖੀ ਹੋਵੇ ਤਾਂ ਨਵੇਂ ਪੁਰਾਣੇ ਦੁੱਖ ਬਦੋ ਬਦੀ ਇੱਕ ਦੂਜੇ ਵਿੱਚ ਆ ਰਲਦੇ ਆ। ਸੋ ਹੁਣ ਪਰੇਸ਼ਾਨ ਹੋਇਆ ਭਾਗ ਸਿੰਘ ਆਪਣੀ ਪਹਿਲਾਂ ਜੋ ਉਹਨੇ ਕਬੂਤਰੀ ਰੱਖੀ ਹੋਈ ਸੀਗੀ ਉਹਦੇ ਨਾਲ ਵੀ ਆਪਣੀ ਹੁਣ ਇਸ ਪਰੇਸ਼ਾਨੀ ਨੂੰ ਜੋੜ ਰਿਹਾ, ਜਿਹਨੂੰ ਉਹ ਰੱਜ ਕੇ ਚਾਹੁੰਦਾ ਸੀ ਤੇ ਉਹਦੀ ਰੱਜ ਕੇ ਸੇਵਾ ਕਰਦਾ ਸੀ। ਤੇ ਹੁਣ ਕਰਮ ਸਿੰਘ ਵੀ ਤਾਂ ਇਹਨਾਂ ਗੋਰੀ ਜਾਤੀ ਦੀਆਂ ਕੁੜੀਆਂ ਨੂੰ ਚਿੱਟੀ ਕਬੂਤਰੀ ਦੇ ਨਾਲ ਤੁਲਨਾਉਂਦਾ ਹੈ। ਸੋ ਇਸ ਕਰਕੇ ਭਾਗ ਸਿੰਘ ਦਾ ਚਿੰਤਿਤ ਹੋਣਾ ਬਣਦਾ ਹੈ।